ਹੈਲੋ ਐਂਡ ਵੈਲਕਮ। ਤੁਸੀਂ ਦੇਖ ਰਹੇ ਹੋ ਦ ਸਟੱਡੀ ਵੀਜ਼ਾ ਸ਼ੋ। ਮੈਂ ਹਾਂ ਤੁਹਾਡੇ ਨਾਲ ਸਿਮੀ ਤੇ ਮੇਰੇ ਨਾਲ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਡਾਇਰੈਕਟਰ ਔਰ ਐਜੂਕੇਸ਼ਨ ਐਕਸਪਰਟ ਜਸਮੀਤ ਪਾਟਿਆ ਜੀ। ਜਸਮੀਤ ਜੀ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ। ਤੇ ਅੱਜ ਅਸੀਂ ਗੱਲ ਕਰਾਂਗੇ IRCC ਦੀ ਲੇਟੈਸਟ ਅਪਡੇਟਸ ਬਾਰੇ। ਜਿੱਦਾਂ ਕਿ ਇਹ ਤੁਹਾਡੇ ਤੋਂ ਅਸੀਂ ਹਮੇਸ਼ਾ ਅਪਡੇਟਸ ਲੈਂਦੇ ਰਹਿੰਦੇ ਹਾਂ। ਪ੍ਰੋਸੈਸਿੰਗ ਟਾਈਮ ਦੇ ਬਾਰੇ ਕੋਈ ਲੇਟੈਸਟ ਅਪਡੇਟ ਆਈ ਹੈ ਤਾਂ ਜ਼ਰੂਰ ਸਾਡੇ ਵਿਊਅਰਸ ਦੇ ਨਾਲ ਸ਼ੇਅਰ। ਸੋ ਦੇਖੋ, ਜਿਵੇਂ ਤੁਹਾਨੂੰ ਪਤਾ ਲੱਗ ਰਿਹਾ ਕਿ ਕੋਵਿਡ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਹਨ ਇੰਡੀਆ ਵਿੱਚ, ਔਰ ਉਹਨਾਂ ਕੇਸਿਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਕਿ ਡਰ ਵੀ ਬਣਿਆ ਹੋਇਆ ਸਟੂਡੈਂਟਸ ਦੇ ਮਨ ਵਿੱਚ ਕਿ ਫਿਊਚਰ ਕੀ ਹੋਏਗਾ ਕੈਨੇਡਾ ਸਟੂਡੈਂਟ ਵੀਜ਼ਾ ਦਾ ਜਾਂ ਕੈਨੇਡਾ ਦੇ ਹੋਰ ਵੀਜ਼ਾ ਆਪਸ਼ਨਸ ਨੂੰ ਲੈ ਕੇ। ਸੋ ਉਸ ਬਾਰੇ ਅਪਡੇਟ ਇਹ ਹੈ ARCC ਦਾ ਕਿ ਦੇयर ਇਜ਼ ਸਮ ਡਿਲੇ ਇਨ ਪਾਸਪੋਰਟ ਸਟੈਂਪਿੰਗ ਐਂਡ ਦੇयर ਕੈਨ ਬੀ ਸਮ ਡਿਲੇ ਇਨ ਵੈਬ ਲਿੰਕ ਆਲਸੋ for passport submission. So students kindly bear ਕਰਨ, so the processing time can increase for passport stamping and everything, and there can be delay in processing of your application also due to these changes and covid rise ਜਿਹੜਾ ਕਿ ਬਹੁਤ ਜ਼ਿਆਦਾ ਵੱਡੇ ਤਰੀਕੇ ਹੋ ਰਿਹਾ। ਬਟ ਮੇਰਾ ਮੰਨਣਾ ਇਹ ਹੈ ਕਿ ਜਿਵੇਂ ਕੋਵਿਡ ਨੂੰ ਲੈ ਕੇ ਫਰਸਟ ਵੇਵ, ਸੈਕੰਡ ਵੇਵ, ਥਰਡ ਵੇਵ ਆਈ ਔਰ ਕੇਸਿਸ ਉੱਪਰ ਨੀਚੇ ਜ਼ਰੂਰ ਹੋ ਰਹੇ ਆ ਪੂਰੀ ਦੁਨੀਆ ਵਿੱਚ, ਸਾਨੂੰ ਲੱਗਦਾ ਕਿ ਵੀ ਹੈਵ ਟੂ ਲਿਵ ਵਿਦ ਕੋਵਿਡ ਐਂਡ ਵੀ ਜਿੰਨੀ ਜਲਦੀ ਆਪਾਂ ਇਸ ਚੀਜ਼ ਨੂੰ ਆਪਣੇ ਮਨ 'ਚ ਬਿਠਾ ਲਾਂਗੇ ਕਿ ਕੋਵਿਡ ਕਿਤੇ ਨਹੀਂ ਜਾਣ ਵਾਲਾ, ਸਾਨੂੰ ਇਹਦੇ ਨਾਲ ਹੀ ਜੀਣਾ ਪੈਣਾ, ਸਾਨੂੰ ਪ੍ਰਿਪੇਅਰ ਹੋਣਾ ਪੈਣਾ ਕਿ ਇਹਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਮਾਸਕ ਪਾਉਣਾ ਚਾਹੀਦਾ, ਆਪਣਾ ਡਿਸਟੈਂਸ ਮੇਨਟੇਨ ਕਰਨਾ ਚਾਹੀਦਾ, ਸੈਨੀਟਾਈਜ਼ਰ ਹਰ ਟਾਈਮ ਆਪਣੇ ਕੋਲ ਰੱਖਣਾ ਚਾਹੀਦਾ। ਸੋ ਮੈਂ ਤਾਂ ਇਹ ਸੋਚਦਾ ਕਿ ਇਹਦੇ ਨਾਲ ਹੀ ਹੁਣ ਚੱਲਣਾ ਪੈਣਾ। ਫਰਸਟ, ਸੈਕਿੰਡ, ਥਰਡ, ਫੋਰਥ, ਫਿਫਥ, ਸ਼ਾਇਦ ਸਿਕਸਥ ਵੇਵ ਵੀ ਆ ਜਾਏ ਕੋਵਿਡ ਦੀ, ਬਟ ਵੀ ਕੈਨ ਨਾਟ ਸਟਾਪ ਐਨੀਥਿੰਗ। ਮਤਲਬ ਕਿ ਅਸੀਂ ਸਾਰੇ ਕੰਮਕਾਜ ਰੋਕ ਕੇ ਆਪਾਂ ਸਰਵਾਈਵ ਨਹੀਂ ਕਰ ਸਕਦੇ, ਸਾਨੂੰ ਕੰਮਕਾਜ ਚਲਾ ਕੇ ਹੀ ਸਰਵਾਈਵਲ ਹੋ ਪਾਉਣਾ। ਸੋ ਸਟੂਡੈਂਟਸ ਨੂੰ ਮੈਂ ਇਹੀ ਕਹਿਣਾ ਚਾਹਾਂਗਾ, ਚਾਹੇ ਪ੍ਰੋਸੈਸਿੰਗ ਟਾਈਮ ਵਧਣ ਜਾਂ ਘਟਣ, ਇਹੀ ਸਿਨੈਰੀਓ ਹੈਗਾ ਅੱਜ ਦੀ ਡੇਟ 'ਚ ਸਟੂਡੈਂਟ ਵੀਜ਼ਾ ਨੂੰ ਲੈ ਕੇ। ਔਰ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅਪਲਾਈ ਕਰੋ, ਜਲਦ ਤੋਂ ਜਲਦ ਆਪਣੀ ਫਾਈਲ ਐਮਬੈਸੀ ਵਿੱਚ ਅਸੀਂ ਲੌਂਚ ਕਰੀਏ ਐਂਡ ਦੈਨ ਯੂ ਕੈਨ ਵੇਟ ਫॉर ਰਿਜ਼ਲਟਸ। ਸੋ ਕੋਈ ਟਾਈਮ ਲਾਈਨ ਸੈੱਟ ਨਹੀਂ ਕੀਤਾ ਗਿਆ ਕਿ ਜਿਹੜੀਆਂ ਪੁਰਾਣੀਆਂ ਫਾਈਲਾਂ ਲੱਗੀਆਂ ਉਹਨਾਂ ਨੂੰ ਪਹਿਲਾਂ ਰਿਜ਼ਲਟ ਆਏਗਾ, ਜਿਹੜੀਆਂ ਨਵੀਆਂ ਲੱਗੀਆਂ ਉਹਨਾਂ ਨੂੰ ਬਾਅਦ 'ਚ ਰਿਜ਼ਲਟ ਆਏਗਾ। ਇੱਦਾਂ ਦੀ ਕੋਈ ਟਾਈਮ ਲਾਈਨ ਸੈੱਟ ਨਹੀਂ ਕੀਤੀ ਗਈ ਹੈ ਕੈਨੇਡਾ ਸਰਕਾਰ ਵੱਲੋਂ। ਐਂਡ ਜਿਹੜਾ ਸਾਨੂੰ ਅਪਡੇਟ ਹੈ ਕਿ ਜਿਹੜੀ ਪ੍ਰੋਸੈਸਿੰਗ ਹੋ ਰਹੀ ਹੈ ਦੈਟ ਇਜ਼ ਹੈਪਨਿੰਗ ਬਾਈ ਆਰਟੀਫਿਸ਼ੀਅਲ ਇੰਟੈਲੀਜੈਂਸ ਬਿਕੋਜ਼ ਦੇਰ ਆਰ ਲੋਟ ਆਫ files pending, or it is impossible to give results through manpower on those files, and it is happening through artificial intelligence softwares, and the final decision is given by visa officer, but everything is sorted by an AI software. So that is the updation what we have. We don't know the right way ਚ ਵੀ ਕਿੰਨੀ ਸੱਚਾਈ ਹੈ ਕਿੰਨਾ ਝੂਠ ਹੈ, ਇਹਦੇ ਬਾਰੇ ਵੀ ਕੁਝ ਪਤਾ ਨਹੀਂ। ਬਟ ਜੇ ਕੰਪਿਊਟਰ ਸੈਗਰੀਗੇਟ ਕਰ ਰਹੇ ਆ ਫਾਈਲਸ ਐਂਡ ਰਿਜ਼ਲਟਸ ਉੱਦਾਂ ਆ ਰਹੇ ਹੈ ਤਾਂ ਰਿਜ਼ਲਟ ਹੋਰ ਤੇਜ਼ੀ ਨਾਲ ਆਉਣੇ ਚਾਹੀਦੇ ਨੇ। ਜੀ ਬਿਲਕੁਲ। ਔਰ ਇਸ ਸਿਨੈਰੀਓ ਦਾ ਅਗਰ ਸਟੂਡੈਂਟ ਦੀ ਐਪਲੀਕੇਸ਼ਨ ਤੇ ਇਫੈਕਟ ਦੀ ਗੱਲ ਕਰੀਏ ਤਾਂ ਕਿੱਦਾਂ ਦਾ ਪ੍ਰਭਾਵ ਪਏਗਾ? ਅਸੀਂ ਡੈਫੀਨੇਟਲੀ ਜੇ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀਆਂ ਸਰਕਾਰਾਂ ਦੇਖੀਏ, ਉਹ ਕੋਵਿਡ ਨੂੰ ਲੈ ਕੇ ਬਹੁਤ ਜ਼ਿਆਦਾ ਸੈਂਸਿਟਿਵ ਹੈ, ਨਾਟ ਐਜ਼ ਇੰਡੀਆ। ਇੰਡੀਆ ਵਿੱਚ ਸਭ ਕੁਝ ਚੱਲ ਰਿਹਾ ਐਂਡ ਇੰਡੀਆ ਇਜ਼ ਆਲਵੇਜ਼ ਓਪਨ, ਬਟ ਜਿਹਨੂੰ ਕਹੀਏ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਬਹੁਤ ਜ਼ਿਆਦਾ ਸੈਂਸਿਟਿਵ ਹੈ ਕੋਵਿਡ ਦੀ ਸਿਚੁਏਸ਼ਨ ਨੂੰ ਲੈ ਕੇ। ਐਂਡ ਜਿਵੇਂ ਸ਼ਾਰਪ ਰਾਈਜ਼ ਹੈ ਇੰਡੀਆ ਦੇ ਕੇਸਿਸ ਵਿੱਚ, ਐਂਡ ਦ ਪ੍ਰੋਸੈਸਿੰਗ ਟਾਈਮ ਇਮੀਡੀਏਟਲੀ ਸਰਕਾਰਾਂ ਵੱਲੋਂ ਕਹਿ ਦਿੱਤੇ ਗਏ ਕਿ they will definitely increase if the cases keep on rising like this. but ਉਹ ਦੂਜੇ ਪਾਸੇ ਦੇਖਿਆ ਜਾਏ ਤਾਂ ਸਾਰੇ ਹੀ ਸਟਰੀਮਸ ਦੇ ਬਾਇਓਮੈਟ੍ਰਿਕ ਖੋਲੇ ਜਾ ਚੁੱਕੇ ਹਨ ਆਲਮੋਸਟ, ਸਿਰਫ ਟੂਰਿਸਟ ਵੀਜ਼ਾ ਨੂੰ ਛੱਡ ਕੇ ਬਾਕੀ ਸਾਰੇ ਸਟਰੀਮਸ ਦੇ ਬਾਇਓਮੈਟ੍ਰਿਕ ਖੋਲੇ ਜਾ ਚੁੱਕੇ ਹਨ ਕੈਨੇਡਾ ਸਰਕਾਰ ਵੱਲੋਂ। ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਇੱਥੇ ਕੋਈ ਪੁਸ਼ਬੈਕ ਹੋਏਗਾ। ਯੈਸ, ਥੋੜਾ ਜਿਹਾ ਪ੍ਰੋਸੈਸਿੰਗ ਟਾਈਮ 'ਚ ਸਾਨੂੰ ਵੇਟ ਕਰਨਾ ਪੈ ਸਕਦਾ, ਖਾਸ ਕਰਕੇ ਉਹਨਾਂ ਬੱਚਿਆਂ ਦੀ ਅਪਡੇਸ਼ਨ ਆਈ ਹੈ ਕਿ ਜਿਨ੍ਹਾਂ ਦੀ PPR ਆ ਚੁੱਕੀਆਂ, ਉਹਨਾਂ ਦੀ ਵੀਜ਼ਾ ਸਟੈਂਪਿੰਗ 'ਚ ਥੋੜਾ ਡਿਲੇ ਹੋ ਸਕਦਾ। ਜੀ ਬਿਲਕੁਲ। ਔਰ ਸੈਪਟੈਂਬਰ ਇਨਟੇਕ 'ਚ ਜਿਹੜੇ ਸਟੂਡੈਂਟ ਹੁਣ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਚਾਹੁੰਦੀ ਹਾਂ ਥੋੜਾ ਗਾਈਡ ਕਰ ਦਿਓ। ਸੀ ਸੈਪਟੈਂਬਰ ਇਨਟੇਕ ਇਜ਼ ਰੀਲੀ ਕੀ ਕਹਿੰਦੇ ਕਲੋਜ਼ਿੰਗ ਔਨ। ਸੋ ਅੱਜ ਦੀ ਡੇਟ 'ਚ ਅਸੀਂ ਗੱਲ ਕਰੀਏ ਤਾਂ ਸੈਪਟੈਂਬਰ ਇਨਟੇਕ ਦੀਆਂ ਬਹੁਤ ਸਾਰੀਆਂ ਸੀਟਾਂ ਲਿਮਿਟਿਡ ਹੈਗੀਆਂ, ਔਰ ਜਿਹੜੇ ਸਰਕਾਰੀ ਕਾਲਜ ਔਰ ਚੰਗੇ ਕਾਲਜ ਹੈਗੇ ਆ ਉਹਨਾਂ 'ਚ ਆਲਮੋਸਟ ਸੈਪਟੈਂਬਰ ਦੀਆਂ ਸੀਟਾਂ ਖਤਮ ਹੋ ਚੁੱਕੀਆਂ। ਸੋ ਰਾਈਟ ਨਾਓ ਇਫ ਯੂ ਆਰ ਪਲੈਨਿੰਗ ਟੂ ਅਪਲਾਈ ਫॉर ਸੈਪਟੈਂਬਰ, ਸੋ ਆਈ ਫੀਲ ਦਿਸ ਇਜ਼ the right time. Go ahead, apply for your offer letter because after 1 month there will be no seats available for September intake. So students ਨੂੰ ਮੇਰੀ ਇਹੀ ਐਡਵਾਈਸ ਰਹੇਗੀ ਕਿ ਜਲਦ ਤੋਂ ਜਲਦ ਜੇ ਤੁਸੀਂ IELTS ਕਰ ਲਿਆ ਤਾਂ ਜਲਦ ਤੋਂ ਜਲਦ ਤੁਸੀਂ ਸੈਪਟੈਂਬਰ ਇਨਟੇਕ ਲਈ ਆਫਰ ਲਈ ਅਪਲਾਈ ਕਰੋ। pay your tuition fees and you can lodge your file in May, June, July, and last date to lodge your file will be 31st July to 5th August. ਸੋ ਤੁਸੀਂ 31 ਜੁਲਾਈ ਤੱਕ ਆਪਣੀ ਫਾਈਲ ਲੌਂਚ ਕਰ ਸਕਦੇ ਹੋ। ਦੇਰ ਆਰ ਸਰਟਨ ਕਾਲਜਿਸ ਜਿਹੜੇ ਆਫਰ ਲੈਟਰ 1 ਜਾਂ 2 ਦਿਨ 'ਚ ਵੀ ਦੇ ਦਿੰਦੇ ਆ ਸਰਕਾਰੀ। ਆਈ ਐਮ ਨਾਟ ਟਾਕਿੰਗ ਅਬਾਊਟ private because I discourage students to apply in a private college. So I will
ਆਲਵੇਜ਼ ਐਡਵਾਈਜ਼ ਯੂ ਕਿ ਸਰਕਾਰੀ ਕਾਲਜ ਵੀ ਇਦਾਂ ਦੇ ਹੈਗੇ ਆ ਜਿਹੜੇ 2 ਦਿਨ 'ਚ ਆਫਰ ਲੈਟਰ ਇਸ਼ੂ ਕਰ ਦਿੰਦੇ ਆ, ਸੋ ਯੂ ਕੈਨ ਚੂਜ਼ them and there are ਗਵਰਨਮੈਂਟ ਕਾਲਜਸ ਜਿਹੜੇ 2 ਮਹੀਨੇ 'ਚ ਵੀ ਦਿੰਦੇ ਆ, ਸੋ ਦੈਟ ਇਜ਼ ਯੂ ਹੈਵ ਟੂ ਚੂਜ਼ ਕਿ ਤੁਸੀਂ 2 ਮਹੀਨੇ ਵਾਲਾ ਸਰਕਾਰੀ ਕਾਲਜ 'ਚ ਅਪਲਾਈ ਕੀਤਾ ਜਾਂ 2 ਦਿਨ ਵਾਲਾ ਕੀਤਾ, ਦੈਟ ਵਿਲ ਬੀ ਯੋਰ ਚੋਇਸ। ਐਂਡ ਅੱਜ ਦੀ ਡੇਟ 'ਚ ਵੀਜ਼ਾ ਸ਼ੁੱਡ ਬੀ ਦ ਪ੍ਰਾਇੋਰਟੀ, ਨਾਟ ਯੋਰ ਚੋਇਸ। ਤੁਸੀਂ ਆਪਣੀ ਪ੍ਰੋਫਾਈਲ ਦੇ ਹਿਸਾਬ ਨਾਲ ਕਾਲਜ ਚੂਜ਼ ਕਰਨਾ ਹੈ, ਤੁਸੀਂ ਆਪਣੀ ਪ੍ਰੋਫਾਈਲ ਦੇ ਹਿਸਾਬ ਨਾਲ ਕੋਰਸ ਚੂਜ਼ ਕਰਨਾ ਹੈ, ਤੁਸੀਂ ਆਪਣੀ ਪ੍ਰੋਫਾਈਲ ਦੇ ਹਿਸਾਬ ਨਾਲ ਸਿਟੀ ਚੂਜ਼ ਕਰਨਾ ਹੈ, ਤਾਂ ਕਿ ਵੀਜ਼ਾ ਸਕਸੈਸ ਰੇਟ ਵਧੀਆ ਰਹਿ ਸਕੇ। ਐਗਜ਼ੈਕਟਲੀ, ਇੰਨੀ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਦਿੱਤੀ ਜਸਮੀਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।